ਸਤਿ ਸ੍ਰੀ ਅਕਾਲ। मैं हाँ ਜਤਿੰਦਰ ਸਿੰਘ ਤੇ ਵਰਲਡ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅਮਰੀਕਾ ਵੱਲੋਂ ਹਾਫਿਜ਼ ਸਈਦ ਨੂੰ ਵੱਡਾ ਝਟਕਾ, ਮਿਲੀ ਮੁਸਲਿਮ ਲੀਗ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ। ਇੱਕ ਹੋਰ ਸੰਗਠਨ ਤਹਿਰੀਕ-ਏ-ਆਜ਼ਾਦੀ ਕਸ਼ਮੀਰ ਨੂੰ ਵੀ ਅੱਤਵਾਦੀ ਲਿਸਟ 'ਚ ਕੀਤਾ ਸ਼ਾਮਲ। ਭਾਰਤ ਨੇ ਫੈਸਲੇ ਦਾ ਕੀਤਾ ਸਵਾਗਤ। रूसी विदेश मंत्री का ब्रिटिश सरकार ते बयान, कहा जासूस कांड तो यूके सरकार नूं हो सकता है फायदा। ब्रैक्सिट संबंधी मुश्किलों तो लोगों का ध्यान हटाने की कोशिश। पाकिस्तान के बलोचिस्तान च ईसाई भाईचारे के लोगों ते गोलीबारी च 4 लोगों की हुई मौत, एक नाबालग कुड़ी हुई जख्मी। ISIS ने लई घटना की जिम्मेवारी। कैनेडा च कच्छ के टुकड़िਆਂ ਨਾਲ बनाई गई शहीद भगत सिंह की तस्वीर। हरजीत सिंह संधू ने मोज़ैक आर्ट जरिए मोहिया सब का मन। सिख हैरीटेज म्यूजियम च उद्घाटन तो बाद लाई गई प्रदर्शनी। ते हुण खबरां दा विस्तार। मुंबई हमलिਆਂ ਦੇ ਮਾਸਟਰਮਾਈਂਡ ਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਹਾਫਿਜ਼ ਸਈਦ ਦੀ ਪਾਰਟੀ ਮਿਲੀ ਮੁਸਲਿਮ ਲੀਗ ਨੂੰ ਵਿਦੇਸ਼ੀ ਆਤੰਕੀ ਸੰਗਠਨ ਕਰਾਰ ਦਿੰਦਿਆਂ ਅੱਤਵਾਦੀ ਸੰਗਠਨਾਂ ਦੀ ਲਿਸਟ 'ਚ ਪਾ ਦਿੱਤਾ ਹੈ। ਪਾਕਿਸਤਾਨ 'ਚ ਆਮ ਚੋਣਾਂ ਤੋਂ ਪਹਿਲਾਂ ਅਮਰੀਕਾ ਨੇ ਹਾਫਿਜ਼ ਸਈਦ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਪਾਰਟੀ ਮਿਲੀ ਮੁਸਲਿਮ ਲੀਗ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਅਮਰੀਕਾ ਨੇ MML ਦੇ 7 ਮੈਂਬਰਾਂ ਨੂੰ ਵੀ ਵਿਦੇਸ਼ੀ ਅੱਤਵਾਦੀ ਦੇ ਰੂਪ 'ਚ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੀ ਸੂਚੀ 'ਚ ਤਹਿਰੀਕ-ਏ-ਆਜ਼ਾਦੀ ਕਸ਼ਮੀਰ ਨੂੰ ਵੀ ਸ਼ਾਮਲ ਕਰ ਲਿਆ ਹੈ। TAJK ਲਸ਼ਕਰ-ਏ-ਤੈयबा ਦੀ ਪਾਰਟੀ ਹੈ। ਹਾਫਿਜ਼ ਸਈਦ ਨੇ ਪਾਕਿਸਤਾਨ ਦੀ ਸਰਗਰਮ ਰਾਜਨੀਤੀ 'ਚ ਉਤਰਨ ਦੀ ਕੋਸ਼ਿਸ਼ ਤਹਿਤ ਚੋਣ ਕਮਿਸ਼ਨ ਕੋਲ MML ਦੇ ਪੰਜੀਕਰਨ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਕਮਿਸ਼ਨ ਨੇ ਇਹ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਹਾਫਿਜ਼ ਦੀ ਪਾਰਟੀ ਨੇ 23 ਮਾਰਚ ਨੂੰ ਲਾਹੌਰ 'ਚ ਆਪਣਾ ਘੋਸ਼ਣਾ ਪੱਤਰ ਵੀ ਜਾਰੀ ਕਰ ਦਿੱਤਾ ਸੀ। ਚੋਣ ਕਮਿਸ਼ਨ ਨੇ ਬੇਸ਼ੱਕ ਹਾਫਿਜ਼ ਦੀ ਪਾਰਟੀ ਦਾ ਪੰਜੀਕਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਇਸਲਾਮਾਬਾਦ ਹਾਈ ਕੋਰਟ ਨੇ ਹਾਫਿਜ਼ ਦੀ ਰਾਜਨੀਤਿਕ ਐਂਟਰੀ ਦੇ ਰਸਤੇ ਸਾਫ਼ ਕਰ ਦਿੱਤੇ ਸਨ। ਇਸਲਾਮਾਬਾਦ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਸੀ ਕਿ ਉਹ ਸਈਦ ਦੀ ਪਾਰਟੀ ਵੱਲੋਂ ਪੰਜੀਕਰਨ ਕਰਾਉਣ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਬਿਨਾਂ ਸੁਣੇ ਰਿਜੈਕਟ ਨਾ ਕਰੇ। ਉੱਤਰ ਅਮਰੀਕਾ ਮੁਤਾਬਕ ਲਸ਼ਕਰ-ਏ-ਤੈयबा ਪਾਕਿਸਤਾਨ 'ਚ ਸੁਤੰਤਰ ਰੂਪ ਨਾਲ ਕੰਮ ਕਰ ਰਿਹਾ ਹੈ, ਜਨਤਕ ਰੈਲੀਆਂ ਕਰ ਰਿਹਾ ਹੈ, ਧਨ ਜਟਾਉਣ ਅਤੇ ਅੱਤਵਾਦੀ ਹਮਲਿਆਂ ਲਈ ਲੋਕਾਂ ਨੂੰ ਸਿਖਲਾਈ ਦੇ ਰਿਹਾ ਹੈ। ਹੁਣ ਇਹਨਾਂ ਪਾਰਟੀਆਂ ਨੂੰ ਅਮਰੀਕਾ ਵੱਲੋਂ ਬੈਨ ਲਗਾਏ ਜਾਣ ਤੇ ਝਟਕਾ ਜ਼ਰੂਰ ਲੱਗਿਆ ਹੈ। ਨਿਊ ਡੈਸਕ ਰਿਪੋर्ट ਜਸ ਪੰਜਾਬੀ। ਬੀਤੇ ਦਿਨੀ ਜੰਮੂ ਕਸ਼ਮੀਰ 'ਚ ਭਾਰਤੀ ਫੌਜੀਆਂ ਨੇ ਦਹਿਸ਼ਤਗਰਦਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ 3 ਐਨਕਾਊਂਟਰਾਂ 'ਚ 13 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਭਾਰਤ ਦੀ ਇਸ ਕਾਰਵਾਈ ਤੇ ਪਾਕਿਸਤਾਨ ਨੇ ਹੁਣ ਅਜੀਬੋ-ਗਰੀਬ ਫੈਸਲਾ ਲਿਆ। ਪਾਕਿਸਤਾਨੀ ਸਰਕਾਰ ਨੇ ਇਸ ਕਾਰਵਾਈ ਤੋਂ ਬਾਅਦ ਤੁਰੰਤ ਕੈਬਨਿਟ ਬੈਠਕ ਬੁਲਾਈ ਹੈ ਅਤੇ 6 ਅਪ੍ਰੈਲ ਨੂੰ ਕਸ਼ਮੀਰ ਏਕਤਾ ਦਿਵਸ ਦੇ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਹੈ। ਜੰਮੂ ਕਸ਼ਮੀਰ 'ਚ ਭਾਰਤੀ ਫੌਜ ਦੀ ਅੱਤਵਾਦ ਵਿਰੋਧੀ ਮੁਹਿੰਮ 'ਚ 13 ਅੱਤਵਾਦੀਆਂ ਦੇ ਮਾਰੇ ਜਾਣ ਨਾਲ ਬੌਖਲਾਈ ਪਾਕਿਸਤਾਨੀ ਸਰਕਾਰ ਨੇ ਤੁਰੰਤ ਕੈਬਨਿਟ ਬੈਠਕ ਬੁਲਾਈ ਅਤੇ 6 ਅਪ੍ਰੈਲ ਨੂੰ ਕਸ਼ਮੀਰ ਏਕਤਾ ਦਿਵਸ ਦੇ ਰੂਪ 'ਚ ਮਨਾਉਣ ਦਾ ਐਲਾਨ ਕਰ ਦਿੱਤਾ। ਇੰਨਾ ਹੀ ਨਹੀਂ, ਕੈਬਨਿਟ ਬੈਠਕ 'ਚ ਇਹ ਵੀ ਤੈਅ ਕੀਤਾ ਗਿਆ ਕਿ ਪਾਕਿਸਤਾਨੀ PM ਆਪਣੇ ਵਿਸ਼ੇਸ਼ ਸਫੀਰਾਂ ਨੂੰ ਪੂਰੀ ਦੁਨੀਆ 'ਚ ਭੇਜ ਕੇ ਕਸ਼ਮੀਰ ਦੇ ਹਾਲਾਤ ਬਾਰੇ ਦੱਸਣਗੇ। ਸਥਾਨਕ ਮੀਡੀਆ ਮੁਤਾਬਕ ਇਸਲਾਮਾਬਾਦ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸਾਹਿਦ ਖਾਕਾਨ ਅਬਾਸੀ ਦੀ ਅਗਵਾਈ 'ਚ ਕੈਬਨਿਟ ਮੀਟਿੰਗ ਬੁਲਾਈ ਗਈ ਸੀ। ਇਸ ਦੌਰਾਨ ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਜੰਮੂ ਕਸ਼ਮੀਰ ਦੀ ਸਥਿਤੀ ਬਾਰੇ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਮੇਤ ਕਈ ਵਿਸ਼ੇਸ਼ ਸਫੀਰਾਂ ਨੂੰ ਵੀ PM ਅਬਾਸੀ ਮੁੱਖ ਦੇਸ਼ਾਂ 'ਚ ਭੇਜਣਗੇ ਤਾਂ ਜੋ ਇੱਕ ਵਾਰ ਫਿਰ ਕਸ਼ਮੀਰ ਰਾਗ ਅਲਾਪ ਸਕਣ ਅਤੇ ਨਾਲ ਹੀ ਭਾਰਤੀ ਫੌਜ ਨੂੰ ਖਲਨਾਇਕ ਦੇ ਤੌਰ ਤੇ ਪੇਸ਼ ਕਰ ਸਕਣ। 6-7 कैपिटल में प्रेसिडेंट आज़ाद जम्मू कश्मीर और कुछ सिलेक्टेड जो है पार्लियामेंट के मेंबर्स या और कोई ऐसी शख्सियात जो कम्युनिकेट कर सकें फॉरेन कैपिटल्स में और कश्मीर का केस जो है वो इफ़ेक्टिवली उसको एडवोकेट कर सकें उनको भेजा जाएगा। इस बैठक 'ਚ ਭਾਰਤੀ ਫੌਜ ਦੇ ਆਪਰੇਸ਼ਨ 'ਚ ਮਾਰੇ ਗਏ 13 ਅੱਤਵਾਦੀਆਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਅਤੇ ਉਹਨਾਂ ਦੀ ਹੱਤਿਆ ਦੀ ਨਿੰਦਿਆ ਕੀਤੀ ਗਈ। ਨਿਊ ਡੈਸਕ ਰਿਪੋर्ट ਜਸ ਪੰਜਾਬੀ। रूस के विदेश मंत्री सरगेई लावरोव ने ब्रिटिश सरकार ते निशाना साधा।
ਲਾਵਰੋਵ ਨੇ ਕਿਹਾ ਕਿ ਸਾਬਕਾ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ ਨਾਲ ਬ੍ਰਿਟਿਸ਼ ਸਰਕਾਰ ਨੂੰ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਂਡ ਨਾਲ ਬ੍ਰੈਗਜ਼ਿਟ ਸੰਬੰਧੀ ਮੁਸ਼ਕਲਾਂ ਤੋਂ ਲੋਕਾਂ ਦਾ ਧਿਆਨ ਵੰਡਿਆ ਜਾ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਲਾਵਰੋਵ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਬ੍ਰੈਗਜ਼ਿਟ ਬਾਰੇ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਗੇਈ ਸਕ੍ਰਿਪਲ ਅਤੇ ਉਹਨਾਂ ਦੀ ਧੀ ਨੂੰ ਜ਼ਹਿਰ ਦੇਣ ਦਾ ਫਾਇਦਾ ਬ੍ਰਿਟਿਸ਼ ਵਿਸ਼ੇਸ਼ ਸੁਰੱਖਿਆ ਬਲਾਂ ਦੇ ਹਿੱਤ 'ਚ ਵੀ ਹੋ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਇਮੀਗ੍ਰੇਸ਼ਨ ਕਾਨੂੰਨ ਪਾਸ ਕਰਨ ਲਈ ਕਾਂਗਰਸ ਤੇ ਹਮਲਾ ਕੀਤਾ ਹੈ। ਟਰੰਪ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਮੁਕੱਦਮਾ ਚਲਾਉਣ ਅਤੇ ਉਹਨਾਂ ਦੀ ਹਵਾਲਗੀ ਕਰਨ ਦੀ ਪੂਰੀ ਵਿਵਸਥਾ ਬਹੁਤ ਬੇਕਾਰ ਪ੍ਰਕਿਰਿਆ ਹੈ। ਰਾਸ਼ਟਰਪਤੀ ਨੇ ਟਵੀਟ ਕਰ ਕਿਹਾ ਕਿ ਇਹ ਕਿੰਨਾ ਮੂਰਖਤਾਪੂਰਨ ਹੈ ਕਿ ਸਾਡੇ ਦੇਸ਼ ਦੇ ਕਾਨੂੰਨ ਦੱਖਣੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਨੂੰ ਵਾਪਸ ਭੇਜਣ ਦੀ ਆਸਾਨੀ ਨਾਲ ਆਗਿਆ ਨਹੀਂ ਦਿੰਦੇ। ਇਸ ਲਈ ਇਸ ਬਹੁਤ ਹੀ ਬੇਕਾਰ ਢੰਗ ਨੂੰ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ 'ਚ ਸਖਤ ਇਮੀਗ੍ਰੇਸ਼ਨ ਕਾਨੂੰਨ ਨੇ, ਜਦੋਂ ਕਿ ਸਾਡੇ ਕੋਲ ਓਬਾਮਾ ਦਾ ਕੀਤਾ ਹੋਇਆ ਮਜ਼ਾਕ। ਉਨ੍ਹਾਂ ਕਿਹਾ ਕਿ ਸਖਤ ਕਾਨੂੰਨ ਪਾਸ ਕਰਨ ਅਤੇ ਕੰਧ ਬਣਾਉਣੀ ਚਾਹੀਦੀ ਹੈ ਤੇ ਡੈਮੋਕ੍ਰੇਟਸ ਨੇ ਖੁੱਲ੍ਹੀ ਸਰਹੱਦ, ਨਸ਼ੀਲੇ ਪਦਾਰਥ ਅਤੇ ਅਪਰਾਧ ਨੂੰ ਆਗਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਮੈਕਸੀਕੋ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਨੇ ਸਰਹੱਦ ਪਾਰੋਂ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਕਦਮ ਨਾ ਚੁੱਕੇ ਤਾਂ ਉਹ ਫ੍ਰੀ ਟ੍ਰੇਡ ਵਪਾਰ ਸਮਝੌਤਾ ਖਤਮ ਕਰ ਦੇਣਗੇ। ਇਸ ਦੇ ਨਾਲ ਹੀ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਬਣੇ ਰਹੋ ਜਸ ਪੰਜਾਬੀ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਤੋਂ ਸਵਾਗਤ ਹੈ। ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਿਹ ਅਲ ਅਸੀਸੀ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਦੇ ਕਾਰਜਕਾਲ ਲਈ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਇਸ ਦਾ ਐਲਾਨ ਨੈਸ਼ਨਲ ਇਲੈਕਟੋਰਲ ਅਥਾਰਟੀ ਵੱਲੋਂ ਕੀਤਾ ਗਿਆ। ਚੋਣਾਂ 'ਚ ਉਹਨਾਂ ਨੂੰ ਕੁੱਲ 97.08% ਵੋਟਾਂ ਹਾਸਲ ਹੋਈਆਂ ਨੇ। ਅਲ ਸੀਸੀ ਦੀ ਜਿੱਤ ਸ਼ੁਰੂ ਤੋਂ ਹੀ ਲਗਭਗ ਤੈਅ ਮੰਨੀ ਜਾ ਰਹੀ ਸੀ, ਕਿਉਂਕਿ ਉਹਨਾਂ ਦੇ ਵਿਰੋਧੀ ਮੂਸਾ ਮੁਸਤਫਾ ਨੇ ਪਹਿਲਾਂ ਹੀ ਉਹਨਾਂ ਨੂੰ ਆਪਣਾ ਸਮਰਥਨ ਦੇ ਦਿੱਤਾ ਸੀ, ਜਿਸ ਨਾਲ ਉਹਨਾਂ ਦੀ ਕੋਈ ਵੀ ਵਿਰੋਧੀ ਪਾਰਟੀ ਨਹੀਂ ਰਹਿ ਗਈ ਸੀ, ਜਿਸ ਕਰਕੇ ਮੂਸਾ ਨੇ ਚੋਣਾਂ ਦੌਰਾਨ ਪ੍ਰਚਾਰ ਵੀ ਕਾਫੀ ਘੱਟ ਕੀਤਾ। NEA ਦੇ ਪ੍ਰਮੁੱਖ ਲਾਸ਼ੀਨ ਇਬਰਾਹਿਮ ਨੇ ਦੱਸਿਆ ਕਿ ਮਿਸਰ ਦੇ ਲਗਭਗ 6 ਕਰੋੜ ਵੋਟਰਾਂ 'ਚੋਂ ਸਿਰਫ 41.05% ਨੇ ਹੀ ਵੋਟਿੰਗ 'ਚ ਹਿੱਸਾ ਲਿਆ, ਜਦਕਿ 2014 ਦੀਆਂ ਚੋਣਾਂ 'ਚ 47.45% ਵੋਟਰਾਂ ਨੇ ਵੋਟਿੰਗ ਕੀਤੀ ਸੀ। ਅਫਗਾਨਿਸਤਾਨ ਦੇ ਕੁੰਦੁਜੂ ਸੂਬੇ 'ਚ ਤਾਲਿਬਾਨ ਅੱਤਵਾਦੀਆਂ ਦੇ ਟਿਕਾਣਿਆਂ ਤੇ ਫੌਜ ਵੱਲੋਂ ਹਵਾਈ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ 'ਚ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲੋਕ ਜ਼ਖਮੀ ਹੋ ਗਏ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ 'ਚ ਕਈ ਆਮ ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਅਫਗਾਨਿਸਤਾਨ ਦੇ ਕੁੰਦੂਜ਼ ਸੂਬੇ 'ਚ ਫੌਜ ਵੱਲੋਂ ਤਾਲਿਬਾਨ ਅੱਤਵਾਦੀਆਂ ਦੇ ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਗਏ, ਜਿਸ 'ਚ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਅਬਦੁਲ ਹਮੀਦੀ ਨੇ ਦੱਸਿਆ ਕਿ ਹਮਲਾ ਕੁੰਦੂਜ਼ ਸ਼ਹਿਰ ਦੇ ਦਸ਼ਤ-ਏ-ਆਰਚੀ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਟਿਕਾਣੇ ਤੇ ਕੀਤਾ ਗਿਆ। ਹਾਲਾਂਕਿ ਸਥਾਨਕ ਲੋਕਾਂ ਮੁਤਾਬਕ ਹਮਲੇ 'ਚ ਇੱਕ ਮਸਜਿਦ ਨੂੰ ਨੁਕਸਾਨ ਪਹੁੰਚਿਆ ਅਤੇ ਇਸ 'ਚ ਕਈ ਆਮ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਵੀ ਹੋਏ ਨੇ। ਜ਼ਿਕਰਯੋਗ ਹੈ ਕਿ ਦਸ਼ਤ-ਏ-ਆਰਚੀ ਜ਼ਿਲ੍ਹੇ ਤੇ ਤਾਲਿਬਾਨ ਦਾ ਕਬਜ਼ਾ ਹੈ। ਦੂਜੇ ਪਾਸੇ ਤਾਲਿਬਾਨ ਦੇ ਬਿਆਨ ਮੁਤਾਬਕ ਹਮਲੇ 'ਚ 150 ਧਾਰਮਿਕ ਵਿਦਵਾਨਾਂ ਅਤੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਤਾਲਿਬਾਨ ਨੇ ਉੱਥੇ ਕਿਸੇ ਵੀ ਅੱਤਵਾਦੀ ਦੀ ਮੌਜੂਦਗੀ ਤੋਂ ਇਨਕਾਰ ਕੀਤਾ ਹੈ। ਉਧਰ ਦੂਜੇ ਪਾਸੇ ਦੱਖਣੀ ਹੇਲਮੰਦ ਸੂਬੇ ਦੇ ਇੱਕ ਹਾਈ ਸਕੂਲ 'ਚ ਪੜ੍ਹਦੀਆਂ ਤਕਰੀਬਨ 48 ਸਕੂਲੀ ਵਿਦਿਆਰਥਣਾਂ ਬਿਮਾਰ ਹੋ ਗਈਆਂ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸਮੂਹਿਕ ਰੂਪ ਨਾਲ ਜ਼ਹਿਰ ਦੇਣ ਦਾ ਮਾਮਲਾ ਹੋ ਸਕਦਾ ਹੈ। ਵਿਦਿਆਰਥਣਾਂ ਨੇ ਖਾਣਾ ਖਾਣ ਮਗਰੋਂ ਸਿਰ ਦਰਦ ਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਪਾਕਿਸਤਾਨ ਦੇ ਦੱਖਣੀ ਪੱਛਮੀ ਬਲੋਚਿਸਤਾਨ ਸੂਬੇ 'ਚ ਅੱਤਵਾਦੀਆਂ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਗਈ, ਜਿਸ 'ਚ ਰਿਕਸ਼ੇ ਤੇ ਜਾ ਰਹੇ 4 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਈਸਾਈ ਭਾਈਚਾਰੇ ਨਾਲ ਸੰਬੰਧਿਤ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਹਾਲਾਂਕਿ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ। ਪੁਲਿਸ ਮੁਤਾਬਕ ਕਵੇਟਾ 'ਚ ਸ਼ਾਹ ਜਮਾਨ ਰੋਡ ਤੇ ਰਿਕਸ਼ੇ ਤੇ ਜਾ ਰਹੇ 4 ਈਸਾਈਆਂ ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਲਗਾਤਾਰ ਗੋਲੀਬਾਰੀ ਕੀਤੀ। ਇਸ ਹਮਲੇ 'ਚ 4 ਈਸਾਈ ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਨਾਬਾਲਗ ਕੁੜੀ ਜ਼ਖਮੀ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਹੀ ਟੀਚਾ ਬਣਾ ਕੇ ਕੀਤਾ ਗਿਆ ਸੀ। ਇਰਾਕ ਦੇ ਮੌਸੂਲ 'ਚ ਮਾਰੇ ਗਏ 39 ਭਾਰਤੀਆਂ ਦੇ ਪੀੜਤ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੇ ਜਾਣ ਦੇ ਸਵਾਲ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ VK ਸਿੰਘ ਨੇ ਕਿਹਾ ਸੀ ਕਿ ਇਹ ਬਿਸਕੁਟ ਵੰਡਣ ਵਾਲਾ ਕੰਮ ਨਹੀਂ।
ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਇਰਾਕ ਦੇ ਮਸੂਲ 'ਚ ਮਾਰੇ ਗਏ 39 ਭਾਰਤੀਆਂ 'ਚੋਂ 38 ਦੇ ਅਵਸ਼ੇਸ਼ ਲੈ ਕੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਵਤਨ ਵਾਪਸ ਆਏ ਸਨ। ਮਾਰੇ ਗਏ ਭਾਰਤੀਆਂ 'ਚੋਂ 6 ਅਵਸ਼ੇਸ਼ ਬਿਹਾਰ ਦੇ ਸਨ। ਸਿਵਾਨ ਦੇ 2 ਪਰਿਵਾਰਾਂ ਨੇ ਅਵਸ਼ੇਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਪਹਿਲਾਂ ਉਹਨਾਂ ਨੂੰ ਭਰੋਸਾ ਦੇਵੇ ਕਿ ਉਹਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ, ਤਦ ਹੀ ਉਹ ਅਵਸ਼ੇਸ਼ ਲੈਣਗੇ। ਇਸ ਦੇ ਨਾਲ ਹੀ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਸੀਂ ਬਣੇ ਰਹੋ ਜਸ ਪੰਜਾਬੀ ਦੇ ਨਾਲ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਤੋਂ ਸਵਾਗਤ ਹੈ। ਦੱਖਣੀ ਅਫਰੀਕਾ 'ਚ ਰੰਗ ਭੇਦ ਦਾ ਵਿਰੋਧ ਕਰਨ ਵਾਲੇ ਵਿਨੀ ਮੰਡੇਲਾ ਦਾ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਵਿਨੀ ਮੰਡੇਲਾ ਦੱਖਣੀ ਅਫਰੀਕਾ ਦੇ ਫਾਦਰ ਆਫ ਦਾ ਨੇਸ਼ਨ ਵਜੋਂ ਜਾਣੇ ਜਾਂਦੇ ਨੈਲਸਨ ਮੰਡੇਲਾ ਦੀ ਪਹਿਲੀ ਪਤਨੀ ਸਨ। ਉਹਨਾਂ ਦੀ ਮੌਤ ਦੀ ਜਾਣਕਾਰੀ ਉਹਨਾਂ ਦੇ ਨਿੱਜੀ ਸਹਾਇਕ ਨੇ ਦਿੱਤੀ। ਵਿਨੀ ਮੰਡੇਲਾ ਦਾ ਦੇਹਾਂਤ ਜੋਨਸਬਰਗ ਦੇ ਮਿਲਕ ਪਾਰਕ ਹਸਪਤਾਲ 'ਚ ਹੋਇਆ। ਉਹਨਾਂ ਦਾ ਜਨਮ 1936 'ਚ ਈਸਟਰਨ ਕੇਪ 'ਚ ਹੋਇਆ ਸੀ। ਵਿਨੀ ਅਤੇ ਨੈਲਸਨ ਮੰਡੇਲਾ ਦਾ ਵਿਆਹ 1958 'ਚ ਹੋਇਆ। ਵਿਨੀ ਮੰਡੇਲਾ ਪਹਿਲਾਂ ਨੈਸ਼ਨਲ ਮੰਡੇਲਾ ਨਾਲ ਜੁੜੇ ਹੋਣ ਦੇ ਕਾਰਨ ਅਤੇ ਬਾਅਦ 'ਚ ਆਪਣੇ ਦਮ ਤੇ ਨਸਲ ਭੇਦ ਖਿਲਾਫ ਇੱਕ ਪ੍ਰਤੀਕ ਬਣ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਮਦਰ ਆਫ ਦਾ ਨੇਸ਼ਨ ਕਿਹਾ ਜਾਣ ਲੱਗਾ। Cannot believe that she has departed. They were still glowing in a continued presence and life, particularly after she seemed to have gotten over the health challenges that she was going through. Now she is gone. Winnie Mandela lastly leaves a huge legacy. And as we say in African culture, a gigantic tree has fallen. And this is the Winnie Mandela tree that provided shade for the people of South Africa. ਕਹਿੰਦੇ ਨੇ ਇਨਸਾਨ ਆਪਣੀ ਮਿਹਨਤ ਤੇ ਕਲਾ ਸਦਕਾ ਕਈ ਵਾਰ ਅਜਿਹੀ ਪੇਸ਼ਕਾਰੀ ਪੇਸ਼ ਕਰ ਜਾਂਦਾ ਹੈ ਕਿ ਲੋਕ ਉਸ ਕਲਾ ਦੀ ਸਿਫਤ ਕੀਤੇ ਬਿਨਾਂ ਨਹੀਂ ਰਹਿ ਪਾਉਂਦੇ। ਅਜਿਹਾ ਹੀ ਕੀਤਾ ਹੈ ਹਰਜੀਤ ਸਿੰਘ ਸੰਧੂ ਨੇ, ਜਿਨ੍ਹਾਂ ਨੇ ਕੱਚ ਦੇ ਛੋਟੇ-ਛੋਟੇ ਟੁਕੜਿਆਂ ਤੋਂ ਸ਼ਹੀਦ ਭਗਤ ਸਿੰਘ ਦੀ ਬਹੁਤ ਖੂਬਸੂਰਤ ਤਸਵੀਰ ਤਿਆਰ ਕੀਤੀ ਹੈ। ਕਹਿੰਦੇ ਨੇ ਕਿ ਜੇਕਰ ਇਨਸਾਨ 'ਚ ਹੁਨਰ ਹੋਵੇ ਤਾਂ ਉਹ ਆਪਣੀ ਕਲਾ ਸਦਕਾ ਕੁਝ ਵੱਖਰਾ ਪੇਸ਼ ਕਰ ਜਾਂਦਾ ਹੈ। ਅਜਿਹੀ ਹੀ ਇੱਕ ਮਿਸਾਲ ਪੇਸ਼ ਕੀਤੀ ਹੈ ਨਿਊਯਾਰਕ ਨਾਲ ਸੰਬੰਧਿਤ ਹਰਜੀਤ ਸਿੰਘ ਸੰਧੂ ਨੇ, ਜਿਨ੍ਹਾਂ ਸ਼ਹੀਦ ਭਗਤ ਸਿੰਘ ਦੀ ਇੱਕ ਤਸਵੀਰ ਬਣਾਈ ਹੈ, ਜਿਸ 'ਚ ਉਹਨਾਂ ਆਪਣੀ ਕਲਾ ਸਦਕਾ ਜਾਨ ਪਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਤਸਵੀਰ ਨੂੰ ਕੱਚ ਦੇ ਛੋਟੇ-ਛੋਟੇ ਟੁਕੜਿਆਂ ਨਾਲ ਤਿਆਰ ਕੀਤਾ ਗਿਆ, ਜਿਸ ਨੂੰ ਕੈਨੇਡਾ ਦੇ ਸਿੱਖ ਹੈਰੀਟੇਜ ਮਿਊਜ਼ੀਅਮ 'ਚ ਉਦਘਾਟਨ ਤੋਂ ਬਾਅਦ ਪ੍ਰਦਰਸ਼ਿਤ ਕੀਤਾ ਗਿਆ। ਦਰਅਸਲ ਇਸ ਮਿਊਜ਼ੀਅਮ 'ਚ ਕੱਚ ਤੋਂ ਤਿਆਰ ਤਸਵੀਰਾਂ ਹੀ ਲਗਾਈਆਂ ਜਾਂਦੀਆਂ ਨੇ ਤੇ ਇਸ ਕਲਾ ਨੂੰ ਮੋਜ਼ੈਕ ਆਰਟ ਕਿਹਾ ਜਾਂਦਾ ਹੈ। ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਇਸ ਕਲਾ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ। ਜਿਵੇਂ ਸੀਗਾ ਆਪਦੀ ਕਲਪਨਾ ਲਾਵਾਂ, ਜਿਵੇਂ ਸੀਗਾ ਉਵੇਂ ਬਣਾਵਾਂ। ਉਹ ਫੋਟੋ ਢੱਡੋ ਸਾਹਿਬ ਨੇ ਦੱਸੀ, ਉਹ ਫੋਟੋ ਖਿੱਚੀ ਗਈ ਹੈ, ਰੀਅਲ ਭਗਤ ਸਿੰਘ ਦੀ ਫੋਟੋ ਉਹੀ ਹੈ। ਔਰ ਮੈਂ ਉਸੇ ਤੇ ਸਿਰਜਣਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਭਗਤ ਸਿੰਘ ਨੂੰ ਬਣਾਵਾਂ, ਪਰ ਬਣਾਵਾਂ ਇਸ ਤਰ੍ਹਾਂ ਜਿਵੇਂ ਉਹ ਉਸ ਜਗ੍ਹਾ ਤੇ ਬੈਠ ਕੇ ਜੇਲ੍ਹ ਦੇ ਤੇ ਜਿਹੜਾ ਇੰਸਪੈਕਟਰ ਸੀ ਉਹਦਾ ਗੱਲ ਕਰਦੇ ਪਏ ਸੀ। ਉਹ ਇੰਪ੍ਰੈਸ਼ਨਿਸਟ ਆਰਟਿਸਟ ਆ, ਮੈਂ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੱਥੋਂ ਮੇਰਾ ਹੋ ਸਕਿਆ ਕਿ ਮੈਂ ਉੱਥੇ ਪਤਾ ਲੱਗੇ ਜੇਲ੍ਹ 'ਚ ਉਹ ਕਿਸੇ ਟੌਪਿਕ ਦੇ ਉੱਤੇ ਇਕੱਠੀ ਬਾਤ ਉਹ ਗੱਲ ਕਰ ਰਹੇ ਹੈ। ਹਰਜੀਤ ਸਿੰਘ ਨੇ ਕਿਹਾ ਕਿ ਉਹ ਸਿੱਖ ਯੋਧਿਆਂ ਨਾਲ ਜੁੜੀਆਂ ਅਜਿਹੀਆਂ ਹੋਰ ਵੀ ਤਸਵੀਰਾਂ ਬਣਾਉਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਉਹਨਾਂ ਤੋਂ ਸੇਧ ਮਿਲਦੀ ਰਹੇ। ਇਹ ਆਰਟ ਆਪਣੇ ਇੰਡੀਆ 'ਚ ਜੇ ਨਹੀਂ ਗਿਆ, ਇਹਨੂੰ ਕਹਿੰਦੇ ਮੋਜ਼ੇਕ ਆਰਟ ਕਹਿੰਦੇ ਆ। ਯੂਰਪ ਵਿੱਚ ਬਥੇਰਾ ਹੋਇਆ ਹੈ, ਈਸਟਰਨ ਕ੍ਰਿਸਚੀਅਨਿਟੀ 'ਚ ਹੋਇਆ। ਤੇ ਮੈਂ ਜਦੋਂ ਇੱਥੇ ਅਮਰੀਕਾ ਦੇ ਵਿੱਚ ਆਇਆ ਤੇ ਮੈਂ ਪੇਂਟਿੰਗ ਬਣਾਈ, ਸਕਲਪਚਰ ਬਣਾਏ, ਤੁਸੀਂ ਵੇਖੀ ਜਾਂਦੇ ਹੋ। ਮੈਂ ਮੋਜ਼ੇਕ ਨੂੰ ਤਾਂ ਕੀਤਾ ਕਿ ਜੇ ਇਹਨਾਂ ਦਾ ਇਤਿਹਾਸ ਕ੍ਰਿਸਚੀਅਨਿਟੀ ਦਾ 2000 ਤੇ ਜਿਉਂਦਾ ਹੈ ਤੇ ਚਰਚਾਂ ਦੇ ਵਿੱਚ ਲੱਗਾ ਹੈ, ਤੇ ਮੈਂ ਕਿਹਾ ਜੀ ਤੂੰ ਕਿਉਂ ਨਹੀਂ ਕਰ ਸਕਦਾ। ਮੇਰੇ ਦਿਲ 'ਚ ਇਹ ਗੱਲ ਆਈ ਕਿ ਮੈਂ ਵੀ ਇਹਨਾਂ ਨੂੰ ਕੰਧਾਂ ਦੇ ਵਿੱਚ ਉੱਕਰ ਕੇ ਚਲਾ ਜਾਵਾਂ। ਜਿਹੜਾ ਸਿੱਖ ਇਤਿਹਾਸ 2000 ਸਾਲ ਦੀ ਕਦੀ ਨਾ ਮਰੇ। ਜਨਰੇਸ਼ਨ ਕਿਤੇ ਡੋਲਦੀ ਹੈ, ਬੱਚੇ ਨਸ਼ੇ ਪੀਂਦੇ ਆ, ਕਿਤੇ ਵੇਖ ਕੇ ਜਨੂਨ ਤਾਂ ਅੰਦਰ ਉਹਨਾਂ ਦੇ ਜਾਗੇ ਕਿ ਭਗਤ ਸਿੰਘ ਵਰਗਿਆਂ ਨੇ, ਬੰਦਾ ਬਹਾਦਰ ਵਰਗਿਆਂ ਨੇ ਇੰਨੀਆਂ ਕੁਰਬਾਨੀਆਂ ਕਰਤੀਆਂ, ਤਾਂ ਅਸੀਂ ਕਿਹੜੇ ਪਾਸੇ ਲੱਗੇ ਆ, ਫਿਰ ਵੀ ਕਿਸੇ ਸਹੀ ਡਾਇਰੈਕਸ਼ਨ ਨੂੰ ਜਾਣਗੇ। ਮੋਜ਼ੈਕ ਆਰਟ ਨਾਲ ਹਰਜੀਤ ਸਿੰਘ ਨੇ ਜਿਸ ਕਲਾ ਦਾ ਪ੍ਰਦਰਸ਼ਨ ਕੀਤਾ ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਲੋੜ ਹੈ ਅਜਿਹੇ ਨੌਜਵਾਨਾਂ ਨੂੰ ਅਜਿਹੀ ਕਲਾ ਨੂੰ ਅਪਣਾਉਣ ਦੀ ਤਾਂ ਜੋ ਲੋਕਾਂ ਸਾਹਮਣੇ ਆਪਣੀ ਵੱਖਰੀ ਪਹਿਚਾਣ ਬਣਾਈ ਜਾ ਸਕੇ। ਨਿਊਜ਼ ਡੈਸਕ ਰਿਪੋਰਟ ਜਸ ਪੰਜਾਬੀ। ਫਿਲਹਾਲ ਸਮਾਂ ਹੋ ਗਿਆ ਤੁਹਾਡੇ ਤੋਂ ਆਗਿਆ ਲੈਣ ਦਾ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅਮਰੀਕਾ ਵੱਲੋਂ ਹਾਫਿਜ਼ ਸਈਦ ਨੂੰ ਵੱਡਾ ਝਟਕਾ, ਮਿਲੀ ਮੁਸਲਿਮ ਲੀਗ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਿਆ। ਇੱਕ ਹੋਰ ਸੰਗਠਨ ਤਹਿਰੀਕ-ਏ-ਆਜ਼ਾਦੀ ਕਸ਼ਮੀਰ ਨੂੰ ਵੀ ਅੱਤਵਾਦੀ ਲਿਸਟ 'ਚ ਕੀਤਾ ਸ਼ਾਮਲ। ਭਾਰਤ ਨੇ ਫੈਸਲੇ ਦਾ ਕੀਤਾ ਸਵਾਗਤ।
ਰੂਸੀ ਵਿਦੇਸ਼ ਮੰਤਰੀ ਦਾ ਬ੍ਰਿਟਿਸ਼ ਸਰਕਾਰ ਤੇ ਬਿਆਨ, ਕਿਹਾ ਜਸੂਸ ਕਾਂਡ ਤੋਂ ਯੂਕੇ ਸਰਕਾਰ ਨੂੰ ਹੋ ਸਕਦਾ ਹੈ ਫਾਇਦਾ। ਬ੍ਰੈਕਸਿਟ ਸੰਬੰਧੀ ਮੁਸ਼ਕਲਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼। ਪਾਕਿਸਤਾਨ ਦੇ ਬਲੋਚਿਸਤਾਨ 'ਚ ਈਸਾਈ ਭਾਈਚਾਰੇ ਦੇ ਲੋਕਾਂ ਤੇ ਗੋਲੀਬਾਰੀ 'ਚ 4 ਲੋਕਾਂ ਦੀ ਹੋਈ ਮੌਤ, ਇੱਕ ਨਾਬਾਲਗ ਕੁੜੀ ਹੋਈ ਜ਼ਖਮੀ। ISIS ਨੇ ਲਈ ਘਟਨਾ ਦੀ ਜ਼ਿੰਮੇਵਾਰੀ। ਕੈਨੇਡਾ 'ਚ ਕੱਚ ਦੇ ਟੁਕੜਿਆਂ ਨਾਲ ਬਣਾਈ ਗਈ ਸ਼ਹੀਦ ਭਗਤ ਸਿੰਘ ਦੀ ਤਸਵੀਰ। ਹਰਜੀਤ ਸਿੰਘ ਸੰਧੂ ਨੇ ਮੋਜ਼ੈਕ ਆਰਟ ਜ਼ਰੀਏ ਮੋਹਿਆ ਸਭ ਦਾ ਮਨ। ਸਿੱਖ ਹੈਰੀਟੇਜ ਮਿਊਜ਼ੀਅਮ 'ਚ ਉਦਘਾਟਨ ਤੋਂ ਬਾਅਦ ਲਾਈ ਗਈ ਪ੍ਰਦਰਸ਼ਨੀ। ਫਿਲਹਾਲ ਹੁਣ ਦੇ ਲਈ ਇੰਨਾ ਹੀ। ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਆਗਿਆ। ਧੰਨਵਾਦ।